ਕੋਈ ਦੋ ਚਾਰ ਗੱਲਾਂ ਗੁਰ ਦੀਆਂ ਸਦਕਾ ਜਾਰੀਆ ਤੌਰ ਤੇ ਸਾਨੂੰ ਦੱਸ ਦਿਓ। ਉਹ ਇਹ ਨੇ उस बंदे ने माल बनाना है। अस्सलामुअलैकुम। फार्मिंग टिप्स में शाहिद अली अवान की जानिब से खुश आमदीद। मुअज़्ज़ज़ नाज़रीन, आज आपको एक गुमनाम किसान अपनी ज़िंदगी भर के तजर्बा की बुनियाद पर बताएंगे कि डेयरी फार्मिंग क्या है और इसमें कामयाबी कैसे हासिल की जाती है। तो चले मिलते हैं और इनसे करते हैं बात। अच्छा चाचा, दसो कि तुसी डेयरी फार्मिंग के काम से किस तरह आए? मैं उन्होंने जनाब पाया नेण ਤੇ ਟੰਗਿਆ, ਅੱਛਾ, ਤੇ ਮਾਰਿਆ ਮੁੰਡੇ ਨੂੰ। ਇੱਕ ਬੀਬੀ ਪਿੰਡੋਂ ਆਈ, ਉਸਨੇ ਆ ਕੇ ਖੋਲ ਛੱਡਿਆ। ਉਹਦੀਆਂ ਅੱਖਾਂ ਕੇ ਵੀ ਲਹੂ ਆ ਗਿਆ, ਅੱਛਾ, ਤੇ ਪੈਰਾਂ ਤੇ ਵੀ। ਉਸੇ ਨਾਲ ਸਾਰਾ ਜਿਸਮ ਉਹਦਾ ਜਿਹੜਾ ਨਾ ਪਿਆ ਜ਼ਰਦ ਹੋ ਗਿਆ। ਠੀਕ ਹੈ। ਉਹ ਬੀਬੀ ਨੇ ਆ ਕੇ ਕੀਤਾ, ਉਹ ਰੋਜ਼ ਪਈ ਤੇ ਉਸਨੇ ਇੰਝ ਕਰਕੇ ਤੇ ਖੋਲ ਛੱਡਿਆ। ਬੱਚਾ ਡਿੱਗ ਪਿਆ, ਮੇਰੇ ਕੋਲ ਆ ਗਿਆ। ਮੈਨੂੰ ਆਂਦਾ, ਅੱਬਾ ਮੈਨੂੰ ਅੱਲਾ ਵਾਸਤੇ ਮਾਫੀ ਦੇ। ਹਰ ਮੈਂ ਕਿਹਾ ਮੇਰੀ ਮਾਫੀ ਨਹੀਂ, ਤੂੰ ਇਹ ਗੱਲ ਦੱਸ ਤੂੰ ਖੁਸ਼ ਕਿ ਨਹੀਂ। ਉਹਨੇ ਆਖਿਆ ਮੈਂ ਇੰਝ ਖੁਸ਼ ਹਾਂ, ਮੇਰਾ ਗੁਰਗੁਜ਼ਾਰ ਇੱਥੇ ਬਣਾ। ਮੈਂ ਨਹੀਂ ਗੱਲ ਕਰਦਾ। ਅੱਗੇ ਕੰਮ ਪੂਰਾ ਸੀ, ਫਿਰ ਮੈਂ ਕੋਈ ਇੱਕ ਦੋ ਛੋਟੀ ਲਈ ਨਾਲ, ਫਿਰ ਉਹਦੀ ਇਸ ਤਰ੍ਹਾਂ ਕੱਟਾ ਵੀ ਲਿਆ। ਚਲੋ ਬਣਾਦਿਆਂ ਡੰਗਰ ਇਹਨਾਂ ਚੁੱਗੇ ਚਾਗੇ ਵਾਲੇ ਛੋਟੇ ਵੀ ਪਾਏ, ਵਿੱਚ ਵੱਡੇ ਵੀ ਪਾਏ। ਉਹਦੀ ਜਿਉਂ ਆਮਦਨ ਦੇ ਲਿਹਾਜ਼ ਨਾਲ ਫਿਰ ਉਹ ਵਧਾਉਂਦਾ ਕੰਮ। ਹੁਣ ਆਖਿਰ 5-6 ਬੱਚਿਆਂ ਦਾ, 7 ਦਾ ਉਹ ਬਾਪ ਹੈ। ਸਹੀ ਹੈ। ਸਿਰ ਦੇ ਉੱਤੇ ਜੂੰ ਮੈਂ ਦੀ ਚੜ੍ਹ ਗਈ ਹੋਏ ਤੇ ਉਹਦੇ ਕੋਲ ਫੜਨ ਦਾ ਹਿੰਮਤ ਨਹੀਂ, ਨਾ ਫੜੀ ਜਾਂਦੀ। ਕਿਉਂ? ਇਹ ਮਾਲ ਦੇ ਵਿੱਚ ਰੁਝਾ ਬੰਦਾ ਜਿਹੜਾ ਨਾ, ਇਹ ਆਪਣੇ ਕੱਪੜੇ ਨਹੀਂ ਵੇਖ ਸਕਦਾ। ਆਹ ਵੇਖੋ ਪਈਆਂ ਉਹਦੀ ਛੇਕਾਂ ਜੀ, ਡੰਗਰਾਂ ਦੇ ਗੋਹੇ ਦੀਆਂ ਪਈਆਂ ਉਹਦੀ। ਜੀ ਜੀ। यानी एक भी हिस्सा है इस काम का। जे सफेद पोशी रखे तो फिर माल नहीं रख सकते। ठीक है। आखिर इन्हों का छिट गोहे की भी पैनी है, पेशाब की भी पैनी है, सब कुछ होना है। तो जे वो आखे जी ये काम गंदा मैं नहीं करना, तो फिर वो गाँव को बनाए, वो नहीं फिर कर सकता। यानी ਜਿਹੜੇ ਬੰਦੇ ਨੇ ਕੰਮ ਕਰਨਾ ਹੈ ਉਹ ਜ਼ਹਿਨ ਚ ਕਲੀਅਰ ਕਰ ਲੈ ਕਿ ਅੱਜ ਗੰਦਗੀ ਦਾ ਸਾਹਮਣਾ ਵੀ ਕਰਨਾ ਪੈਣਾ, ਕੰਮ ਕਰਨਾ ਪੈਣਾ। ਦੂਜਾ ਇਹ ਵਿਆਹ ਛਿੱਟ ਪਈ ਏ, ਛਿੱਟ ਨੂੰ ਵੇਖ ਕੇ ਮੈਂ ਨਮਾਜ਼ ਨਾ ਪੜਾਂ, ਉਹ ਮੇਰਾ ਗੁਨਾਹ ਹੈ। ਤੇ ਚੋਰੀ ਯਾਰੀ ਚ ਮਿਹਣਾ, ਮਿਹਨਤ ਚ ਮਿਹਣਾ ਨਹੀਂ। ਮਜ਼ਦੂਰੀ ਕਰ ਲਓ, ਮਿਹਣਾ ਨਹੀਂ। ਬਾਹਰ ਜਾ ਕੇ ਜਦੋਂ ਅਸੀਂ ਇੱਥੋਂ ਜਾਂਦੇ ਹਾਂ ਤੇ ਉੱਥੇ ਉਹਨਾਂ ਦੀ ਟੱਟੀ ਪਿਸ਼ਾਬ ਗਟਰ ਸਾਫ਼ ਕਰਨੇ ਆ, ਉਦੋਂ ਦੇ ਕੰਮ ਮਾੜਾ ਨੇ। ਬਿਲਕੁਲ ਸਹੀ ਹੈ। ਉਹ ਟੱਟੀ ਉਹਨਾਂ ਦੀ ਚੁੱਕਣੀ, ਜਾਂ ਉਹਨਾਂ ਦੇ ਵਿੱਚ ਹੁਣ ਜ਼ੋਰਬਾ ਮੁਲਕਾਂ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਰਹਿੰਦੇ ਹਾਂ। ਆਪਣਾ ਉੱਥੇ ਸ਼ਾਦੀ ਬਗੈਰ ਬੀਬੀ ਤੋਂ ਰਹਿ ਨਹੀਂ ਸਕਦਾ। ਫਿਰ ਉਹ ਆਪਣੇ ਨਿਕਾਹ ਪੜ੍ਹਾਉਂਦੇ ਨੇ ਕਿ ਜਾਂ ਸਾਡਾ ਮੁਸਲਮਾਨਾਂ ਦਾ ਪੜ੍ਹਾਉਂਦੇ ਨੇ? ਆਪਣੇ ਪੜ੍ਹਾਉਂਦੇ ਉਹਨੇ ਆਪਣਾ ਪੜ੍ਹਾਉਂਦੇ ਨਹੀਂ, ਸਾਡਾ ਨਹੀਂ ਉਹ ਪੜ੍ਹਾਉਂਦੇ, ਉਹਨਾਂ ਆਪਣਾ ਪੜ੍ਹਾਉਣਾ। ਠੀਕ ਹੈ, ਠੀਕ ਹੈ। ਅਸੀਂ ਤਾਂ ਮਜਬੂਰ ਹਾਂ। ਠੀਕ ਹੈ। ਤੇ ਜੇ ਇੱਥੇ ਪਾਕਿਸਤਾਨ ਦੇ ਵਿੱਚ ਹੀ ਆਪਣਾ ਬੰਦਾ ਸੁਲਝੀ ਨਾਲ ਕੋਈ ਕਾਰੋਬਾਰ ਕਰੇ ਤੇ ਖੈਰ, ਅੱਲਾ ਦੀ ਰੋਜ਼ੀ ਤੇ ਅੱਲਾ ਦੇਣੀ ਹੈ। ਠੀਕ ਹੈ। ਅੱਛਾ, ਮੱਝਾਂ ਦੇ ਹਵਾਲੇ ਨਾਲ ਗੱਲ ਕਰਨੇ ਆ ਕਿ ਮੱਝਾਂ ਜਿਹੜੀਆਂ ਨੇ ਉਹ ਖਾਂਗੜੀਆਂ ਲੈ ਕੇ ਸ਼ੁਰੂ ਕਰਨਾ ਚਾਹੀਦਾ ਕੰਮ, ਜਾਂ ਤਾਜ਼ੀਆਂ ਜਾਂ ਝੋਟੀਆਂ? ਤਾਜ਼ੀਆਂ ਲੈ ਕੇ ਪੁੱਤਰਾ ਨਹੀਂ ਬੰਦਾ ਬਚਦਾ। ਅੱਛਾ। ਤਾਜ਼ੀ ਮੈਂ ਜਿਹੜੀ ਹੈ 2, 2.5, 3 ਲੱਖ ਦੀ ਲੱਭਦੀ ਹੈ। ਠੀਕ ਹੈ। ਚੰਗੀ। ਠੀਕ ਹੈ। ਤੇ ਸਾਹ ਪਰੀਆਂ ਖੱਲਾਂ ਹੁੰਦੀਆਂ ਨੇ, ਕੋਈ ਵਾਧਾ ਘਾਟਾ ਵੀ ਹੋ ਜਾਂਦਾ। ਠੀਕ ਹੈ। ਹੁਣ 3-4 ਲੱਖ ਜਿਹਦਾ ਧਰਮ ਫਰਮ ਹੋ ਜਾਏ ਤੇ ਉਹ ਕੀ ਕਰੇਗਾ? ਬਿਲਕੁਲ ਸਹੀ ਹੈ। ਉਹ ਇਹਨਾਂ ਨੂੰ ਉਹਦੇ ਥਾਂ 2 ਪਾਏ ਨਾ ਖੰਗੜੀਆਂ। ਠੀਕ ਹੈ। ਕਿਉਂ? ਅਮੀਰ ਲੋਕ ਜਿਹੜੇ ਨੇ ਉਹ ਖੰਗੜੀ ਮੈਂ ਨਹੀਂ ਰੱਖਦੇ। ਠੀਕ ਹੈ। ਇਹ ਗਰੀਬ ਬੰਦਾ ਖੰਗੜੀ ਮੈਂ ਨੂੰ ਪਸੰਦ ਕਰੇ ਤੇ ਫਿਰ ਉਹਨੂੰ ਅੱਲਾ ਉਹਦੇ ਜ਼ਰੂਰ ਦਿੰਦਾ। ਠੀਕ ਹੈ। ਛੁਰੀ ਵਾਲ ਤੋਂ ਜੋ ਘਟੇਗੀ। ਠੀਕ ਹੈ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਦੋਹਰਾ ਫਾਇਦਾ ਹੋਏਗਾ, ਇੱਕ ਤੇ ਜਾਨਵਰ ਬਚਣ ਦੇ ਤੇ ਪਲੱਸ ਡਬਲ ਜਾਨਵਰ ਪਾ ਸਕੇਦਾ। ਮਤਲਬ ਜਿੱਥੇ 10 ਪਾਣੇ ਨੇ ਉੱਥੇ 20 ਪਾ ਸਕੇਦਾ, ਉੱਥੇ 20 ਪਾ ਸਕਦਾ। ਤੇ ਨਾਲੇ ਜਾਨਵਰ ਜਿਹੜੇ ਓਵਰਆਲ ਨੇ ਉਹ ਬਚਣ ਦੇ ਕਸਾਈ ਤੋਂ, ਕਸਾਈ ਕੋਲ ਜਾਣ ਤੋਂ। ਤੇ ਕੁਛ ਜਾਣਾ ਉਹਦਾ ਲਾਲ ਹੋ ਗਿਆ, ਉਹਦਾ ਤਾਂ ਖੁਰਾ ਹੀ ਮੁੱਕ ਗਿਆ ਨਾ। ਅੱਛਾ, ਇਹਦੇ ਨਾਲ ਫਿਰ ਇੱਕ ਇਹ ਵੀ ਤੇ ਮਸਲਾ ਆ ਸਕਦਾ ਨਾ, ਖੰਗੜੀਆਂ ਨੇ ਫਟਾਫਟ ਦੁੱਧ ਤੇ ਨਹੀਂ ਨਾ ਦੇਣਾ।
ਉਹ ਫਿਰ ਨਾਲ ਸਰਕਟ ਕਿਨ ਚਲਾਏਗਾ? ਉਹ ਸਰਕਟ ਇਹ ਚਲਾਏਗਾ ਵੀ 2-4 ਜੋ ਖੰਗੜੀਆਂ ਨੇ, 1-2 ਦੇ ਨਾਲ ਸਜਰੀ ਰੱਖ ਲਈਏ, 2-4 ਸਜਰੀਆਂ ਰੱਖ ਲਈਆਂ ਨੇ, ਤੇ ਉਹ ਸਿਸਟਮ ਆਉਦੀ ਅੱਲਾ ਖੈਰ ਕੀਤੇ ਤੇ ਪਿਆ ਚੱਲਦਾ, ਯਾਨੀ ਮਿਕਸ ਕਰਕੇ। ਆਹ ਠੀਕ ਹੈ। ਤੇ ਨਿਰੀਆਂ ਖੰਗੜੀਆਂ ਵੀ ਨਹੀਂ ਪਾ ਸਕਦਾ ਤੇ ਨਿਰੀਆਂ ਸਜਰੀਆਂ ਵੀ ਨਹੀਂ ਰੱਖ ਸਕਦਾ। ਸਹੀ ਹੈ। ਕਿੰਨੀਆਂ ਕੁ ਮੱਝਾਂ ਹੋਣ ਤੇ ਕੰਮ ਸਹੀ ਚੱਲ ਜਾਂਦਾ ਘਰ ਦਾ? ਮੱਝਾਂ 5-7 ਹੋਣ ਤੇ ਕੰਮ ਟੁਰ ਪੈਂਦਾ। ਅੱਛਾ, ਵਿੱਚ ਝੋਟਾ ਰੱਖਣੇ ਦੀ ਕੀ ਅਹਿਮੀਅਤ ਹੈ? ਝੋਟਾ ਰੱਖਣੇ ਦੀ ਇਹ ਅਹਿਮੀਅਤ ਹੈ, ਅੱਜ ਕੱਲ ਬਹੁਤੀਆਂ ਮੱਝਾਂ ਦਾ ਨਾੜ ਬੋਲਾ ਹੁੰਦਾ ਜਿੱਥੋਂ ਕਸਾਈਆਂ ਤੇ ਜਾਂਦੀਆਂ ਨੇ। ਝੋਟਾ ਵੀ ਸੁਬਾਹ ਸ਼ਾਮ ਖੋਲੀ ਜੇ ਤੇ ਉਹ ਜਿਹੜੀ ਮੈਂ ਬੋਲੀ ਹੋਏਗੀ ਉਹਦੇ ਵੱਲ ਉਤਰ ਜਾਏਗਾ। ਠੀਕ ਹੈ। ਨਹੀਂ ਝੋਟਾ ਰੱਖਣ ਦੀ ਮਤਲਬ ਕੱਟਾ ਰੱਖ ਲਓ ਦੁਆਲੇ ਸਾਰਿਆਂ ਲੋਕਾਂ ਨੂੰ ਜੋ ਰੱਖੇ ਨੇ, ਮਤਲਬ ਬੋਲ ਜੂ ਪਈ ਹੈ, ਨਹੀਂ ਤੇ ਉਹ ਤੇ ਕੱਟੇ ਤੇ ਟੱਪਣਾ, ਉਹ ਦੱਸ ਦੇਣਾ ਜਾਂ ਮੈਂ ਬੋਲ ਪਈ ਹੈ। ਠੀਕ ਹੈ। ਖੋਲੋ ਤੇ ਆਵਾ ਉਹ ਸਾਡਾ ਗੁਆਂਢੀ ਉਸਨੇ ਵੱਡੇ ਦੇ ਉਹਨੇ ਕੱਟਾ ਰੱਖਿਆ ਜੀ, ਆਪਣਾ ਮੇਰਾ ਪੁੱਤਰ ਉਹਨੇ ਉਹ 5-7 ਮਹੀਨੇ ਬਣਾਈਆਂ ਉਹਨੇ। ਠੀਕ ਹੈ। ਉਹਦੇ ਵਿੱਚ ਕੱਟਾ ਯਾਨੀ ਝੋਟਾ ਨਹੀਂ ਰੱਖ ਸਕਦੇ, ਕਮ ਸੇ ਕਮ ਕੱਟਾ ਰੱਖ ਲਓ ਜਿਹੜਾ ਤੁਹਾਡੀ ਮੱਝ ਨੂੰ ਪਹਿਚਾਣ ਲੈ, ਬੋਲੀ ਹੈ ਕਿ ਨਹੀਂ ਬੋਲੀ, ਪਛਾਣ ਕਰ ਲੈ ਬੋਲੀ ਦੀ। ਠੀਕ ਹੈ ਜੀ। ਇਹ ਬੜੇ ਤੁਸੀਂ ਗੁਰ ਦੀ ਗੱਲ ਦੱਸੀ। ਅੱਛਾ ਉਹਨਾਂ ਦੱਸੋ ਕਿ ਖਾਂਗੜੀ ਮੱਝ ਇੱਕ ਹੋ ਗਈ ਹੈ ਜਾਂ ਉਹ ਮੱਝ ਤੁਹਾਡੀ ਨਜ਼ਰ ਦੇ ਵਿੱਚ ਉਹਨੂੰ ਲਵਾਇਆ ਮੱਝ ਨਹੀਂ ਸੂਈ, ਤੇ ਕਿੰਨੀ ਕੁ ਵਾਰੀ ਉਹਨੂੰ ਕਰਨਾ ਚਾਹੀਦਾ ਹੈ ਜਾਂ ਕਿੰਨੀ ਕੁ ਦੇਰ ਤੱਕ ਉਹਨੂੰ ਵੇਖਣਾ ਚਾਹੀਦਾ ਹੈ ਕਿ ਮੱਝ ਜ਼ਾਇਆ ਨਾ ਹੋਏ? ਮੁਕੱਦਰ ਚੰਗੇ ਹੋਣ ਤੇ ਸੰਡਾ ਖਾ ਜੇ ਤੇ ਮੈਂ ਨਿਕਲ ਪੈਂਦੀ ਹੈ, ਨਸੀਬ ਆਪੋ ਆਪਣੇ ਨਹੀਂ ਹੁੰਦੇ। ਸੰਡਾ ਖਾ ਜਾਏ ਨਾ ਨਾਲ ਇੱਕ ਵਾਰੀ ਵੀ ਛੋ ਜਾਏ, ਨਹੀਂ ਅੱਲਾਹ ਦੇ ਹੁਕਮ ਨਾਲ ਨਿਕਲ ਪੈਂਦੀ, ਨਾ ਨਿਕਲਣਾ ਹੀ ਕਿਹੜੀ ਗੱਲ। ਉਹ ਡਾਕਟਰ ਨੂੰ ਵਿਖਾ ਦਿਓ, ਆਪਣੀ ਤੇ ਜੋਤ ਪੂਰਾ ਕਰੋ ਨਾ ਉਹਦੇ ਤੇ। ਸਹੀ ਹੈ, ਯਾਨੀ ਆਪਣੀ ਪੂਰੀ ਕੋਸ਼ਿਸ਼ ਕਰਕੇ ਤੇ ਆਪਣੀ ਕੋਸ਼ਿਸ਼ ਪੂਰੀ ਕਰਕੇ ਫੇਰ ਦਿਓ। ਹੁਣ ਤਰੀਕ ਤੇ ਮੈਂ ਨਹੀਂ ਦੇ ਸਕਦਾ ਵੀ ਫਲਾਣੀ ਤਰੀਕ ਤੱਕ ਉਹਨੂੰ ਮਤਲਬ ਨਿਕਲ ਪਏਗੀ। ਠੀਕ ਹੈ। ਇਹਦੇ ਖੁਦਾਈ ਕੰਮ ਨੇ, ਬਿਲਕੁਲ ਹਦਾਈ ਨੇ। ਜਿੱਦੋਂ ਜਿੱਦ ਕਰਨੀ ਚਾਹੀਦੀ ਹੈ ਨਾ ਬੰਦੇ। ਸਾਲ ਤੇ ਇੰਤਜ਼ਾਰ ਕਰਦੇ ਨੇ, ਸਾਲ ਵੀ ਅਸੀਂ ਕਰਨੇ ਆ। ਠੀਕ ਹੈ। ਸਾਲ ਵੀ ਵਿੱਚ ਪਹਾੜੀ ਫਿਰਦੀ ਹੈ ਪਈ ਮੌਜ ਲਈ। ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਦੀ ਸੇਵਾ ਕਰਨਾ ਵੀ ਇੱਕ ਸਵਾਬ ਦਾ ਕੰਮ ਹੈ, ਸੁਭਾਵ ਦਾ ਕੰਮ ਹੈ। ਕਈ ਲੋਕ ਛੋਟੇ ਜਾ ਜਿਹੜੇ ਹੁੰਦੇ ਨੇ ਉਹ ਬੜੀ ਜਲਦੀ ਮੱਝਾਂ ਗਾਵਾਂ ਪਿੱਛੋਂ ਲਾ ਹਟਦੇ ਨੇ, ਉਹਦੇ ਬਾਰੇ ਤੁਹਾਡਾ ਕੀ ਖਿਆਲ? ਮੇਰਿਆ ਵੀਰਾ, ਤੇਰੀ ਬੀਵੀ ਹੋਏ ਹੁਣ ਉਹਦੇ ਲੱਲਾ ਪੁੱਤਰ ਦੇ ਦੇ, ਉਹ ਉਹਦਾ ਜਾਏ ਖੁਸ਼, ਜਾਂ ਧੀ ਦੇ ਦੇ ਉਹ ਜਾਏ ਖੁਸ਼, ਉਹਦੇ ਦਿਲ ਤੇ ਕੀ ਗੁਜ਼ਰੇਗੀ? ਬਹੁਤ ਬੁਰੀ। ਇੰਜੀ ਮਾਲ ਦੇ ਦਿਲ ਤੇ ਵੀ ਗੁਜ਼ਰਦੀ ਹੈ। ਇਹਨਾਂ ਦਾ ਰੂਹ ਅੱਲਾ ਪੈਦਾ ਕੀਤਾ ਹੈ। ਐੜਾ ਹੀ ਜ਼ੁਲਮ ਹੈ ਬੜਾ ਵੱਡਾ ਜਿਹੜਾ ਮੈਂ ਸੁਣਦੇ ਜਾ ਕਸਾਈ ਨੂੰ ਸੱਦਿਆ ਚੁਕਾ ਖੜਿਆ। ਸਹੀ ਹੈ। ਏਡੀ ਸੌਖੀ ਕਾਰ ਨਹੀਂ। ਉਹ ਬੇਜ਼ਬਾਨ ਹੈ, ਉਹ ਸਿਰਫ ਬੋਲ ਕੇ ਦੱਸ ਨਹੀਂ ਸਕਦਾ, ਉਹਦੀ ਅੰਦਰ ਅੰਦਰ ਤੈਨੂੰ ਬਦਦੁਆ ਪਈ ਦਿੰਦੀ ਹੈ। ਬਿਲਕੁਲ ਰੋਂਦੀ ਨਹੀਂ, ਮੈਂ ਅੱਥਰ ਨਹੀਂ ਡਿੱਗਦੇ ਉਹਦੇ ਐਡੇ ਐਡੇ ਮੋਟੇ ਦੇਖਦੇ ਨੇ। ਇਹ ਜ਼ੁਲਮ ਹੈ, ਜ਼ਾਲਮਾਂ ਲੋਕਾਂ ਦਾ ਕੰਮ ਹੈ ਮਤਲਬ ਪਦਾਇਸ਼ ਨੂੰ ਘਟਾਉਣਾ। ਠੀਕ ਹੈ। ਫਿਰ ਮਗਰੋਂ ਮਾਂ ਜਾਂਦੇ ਨੇ, ਆਂਦੇ ਨੇ ਉਹ ਜੀ ਉਹ ਗੋਸ਼ਨ ਨਹੀਂ ਪੂਰਾ ਹੁੰਦਾ ਪਾਕਿਸਤਾਨ ਦਾ, ਉਹ ਇੰਝ ਨਹੀਂ ਹੁੰਦਾ, ਉਹ ਮੁਰਗੀਆਂ ਉਹ ਜਿਨ੍ਹਾਂ ਦੇ ਆਪਣੇ ਜੋੜਾਂ 'ਚ ਸੱਤ ਨੇ ਉਹ ਉਹਨਾਂ ਤੈਨੂੰ ਖਾਦਿਆਂ ਕੀ ਦੇਣਾ। ਚਾਲਿਆ ਤੇ ਕੱਲ ਕੀ ਕਰੇਗਾ ਜਦੋਂ ਲੱਭੇਗੀ ਨਾ ਦੁਨੀਆ ਤੇ ਪੈਦਾ ਹੋਏਗੀ, ਪਰਵਰਿਸ਼ ਹੋਏਗੀ, ਜਵਾਨ ਹੋਏਗੀ ਤੇ ਫਿਰ ਤੈਨੂੰ ਮਹਿੰਗੀ ਸਸਤੀ ਲੱਭੇਗੀ ਨਾ। ਹਾਂਜੀ। ਤੇ ਜਦੋਂ ਇਹਦੀ ਪਰਵਰਿਸ਼ ਹੀ ਨਹੀਂ ਕਰਨੀ, ਇਹਨੂੰ ਜਵਾਨ ਹੋਣ ਦੇਣਾ ਹੀ ਨਹੀਂ, ਤੇ ਇਹਦੇ ਕੋਲ ਮਾਰੇ। ਠੀਕ ਹੈ। ਜੇ ਬੰਦੇ ਦੀ ਕਰ ਛੇੜੀ ਤਾਂ ਮਾਲ ਦੀ ਕਰ ਛੇੜੀ। ਸਹੀ ਹੈ। ਯਾਨੀ ਜਾਨਵਰਾਂ ਦੀ ਬਕਾ ਚਾਹੁੰਦੇ ਹੋ ਤੇ ਫਿਰ ਜਦ ਬੱਚੇ ਪਾਲਣੇ ਪੈਣਗੇ। ਬੱਚੇ ਪਾਲਣੇ ਪੈਣਗੇ, ਬੱਚੇ ਨਾਲ ਲਾਜ਼ਮੀ ਨੇ। ਠੀਕ ਹੈ। ਇਹ ਥੋੜੀ ਕਮੇਟੀ ਜਮਾ ਹੁੰਦਿਆਂ ਫਿਰ ਉਹ ਅੱਲਾਹ ਦਿਨ ਚੰਗੇ ਹੋਣ ਤੇ ਗੱਲ ਸਾਰੀ ਅੱਲਾਹ ਅੱਲੂ ਹੀ। ਠੀਕ ਹੈ। ਦਿਨ ਚੰਗੇ ਹੋਣ ਤੇ ਫਿਰ ਖੈਰ ਹੈ, ਬੰਦੇ ਨੂੰ ਕੁਝ ਨਹੀਂ ਹੁੰਦਾ। ਅੱਛਾ ਬਜ਼ੁਰਗੋ, ਹੁਣ ਤੁਹਾਡਾ ਸਾਰੀ ਜ਼ਿੰਦਗੀ ਦਾ ਤਜਰਬਾ ਹੈ, ਘੱਟ ਤੋਂ ਘੱਟ ਤੇ ਜ਼ਿਆਦਾ ਤੋਂ ਜ਼ਿਆਦਾ ਇੱਕ ਜਾਂ ਮੱਝ ਜਾਂ ਗਾਂ ਦੇ ਨਾਲ ਕਿੰਨੀ ਦੇਰ ਤੱਕ ਰੱਖਣਾ ਚਾਹੀਦਾ? ਘੱਟ ਤੋਂ ਘੱਟ ਔਰ ਜ਼ਿਆਦਾ ਤੋਂ ਜ਼ਿਆਦਾ? ਉਹਨੂੰ ਬਾਦਸ਼ਾਹ ਜਿਹੜਾ 2 ਮਹੀਨੇ ਦੁੱਧ ਤੇ ਪੱਕਾ ਪਿਆਣਾ ਚਾਹੀਦਾ। ਜ਼ਿੰਦਾਬਾਦ। ਠੀਕ ਹੋ ਗਿਆ। 2 ਮਹੀਨੇ ਤੇ ਪੱਕਾ ਪਿਆਣਾ ਚਾਹੀਦਾ। ਉਸ ਤੋਂ ਬਾਅਦ 1 ਮਹੀਨਾ ਜਿਹੜਾ ਉਹ ਫਿਰ ਉਹਦਾ ਅੱਧਾ ਕਰ ਲਓ, ਦਿਨ ਹੋ ਗਿਆ। ਅੱਛਾ ਚਾਚਾ, ਅੱਜ ਕੱਲ ਠੰਡ ਹੈ ਤੇ ਕੀ ਜਾਨਵਰਾਂ ਦੀ ਸੇਵਾ ਕਰਨੀ ਚਾਹੀਦੀ ਕਿ ਜਾਨਵਰ ਠੀਕ ਰਹਿਣ? ਜਾਨਵਰ ਸਰਦੀ ਤੋਂ ਬਚਾਉਣੇ ਚਾਹੀਦੇ। ਕਿਸ ਤਰ੍ਹਾਂ? ਇਸ ਤਰ੍ਹਾਂ ਬਚਾਓ, ਇਹਨਾਂ ਨੂੰ ਗੁੜ ਦਿਓ, ਫਲ ਦਿਓ, ਮੰਡਾ ਪਾਓ, ਇਹਨਾਂ ਦੀ ਸੋਚ ਜਿਹੜੀ ਉਹ ਸਹੀ ਰੱਖੋ। ਇਸ ਨਾਲ ਸੁੱਕੀ ਚਿੱਕੜ ਜੇ ਨਾ ਹੁਣ, ਇੱਕ ਉਤੋਂ ਵੀ ਸਰਦੀ ਕੋਈ ਪੈਂਦੀ ਹੈ, ਥੱਲੇ ਪੈਰਾਂ ਥੱਲੇ ਵੀ ਚਿੱਕੜ ਹੈ ਤੇ ਉਹਨੇ ਤੇ ਨਮੂਨੀਆਂ ਦਾ ਮਰਨਾ। ਠੀਕ ਹੈ। ਉਹੀ ਤਾਂ ਹਿਫਾਜ਼ਤ ਕਰਨੀ ਪੈਣੀ ਹੈ। ਇਹ ਇੰਝ ਕਰਨੀ ਪੈਂਦੀ ਜਿਵੇਂ ਆਪਣੇ ਪੁੱਤਰਾਂ ਦੀ ਕਰੀ ਦੀ ਹੈ, ਜਿਵੇਂ ਨੁਕਸਾਨ ਦੀ ਹਿਫਾਜ਼ਤ ਇਸ ਤਰ੍ਹਾਂ ਇਹਨਾਂ ਦੀ ਵੀ ਹੈ। ਠੀਕ ਹੈ। ਸਹੀ ਹੈ। ਯਾਨੀ ਬੱਚੇ ਦੀ ਹਿਫਾਜ਼ਤ ਕਰੋ, ਬੱਚੇ ਦੀ ਹਿਫਾਜ਼ਤ ਕਰੋ, ਨਾਲੇ ਸੁਭਾਵ ਠੀਕ ਹੈ ਤੇ ਨਾਲੇ ਅੱਗੋਂ
ਅੱਲਾ ਵੀ ਰਾਜੀ ਹੈ। ਠੀਕ ਹੈ। ਤੁਸੀਂ ਅੱਜ ਕੱਲ ਆਪਣੇ ਛੋਟੇ ਬੱਚਿਆਂ ਦੀ ਕੀ ਰੂਟੀਨ ਰੱਖੀ ਤੇ ਵੱਡੇ ਜਾਨਵਰਾਂ ਦੀ ਕੀ ਰੂਟੀਨ ਰੱਖੀ ਚਾਰੇ ਦੀ? ਚਾਰੇ ਦੀ ਇਹ ਮੈਂ ਪੱਠਾ ਦੱਥਾ ਤੇ ਮਾਲ ਦੇ ਨਾਲ ਖਾਣਾ ਨੇ। ਠੀਕ ਹੈ। ਹੁਣ ਆਉਣੇ ਨੇ, ਕੁਤਰੇ ਜਾਣੇ ਨੇ, ਫਿਰ ਸਾਰਿਆਂ ਨੂੰ ਪੈਣੇ ਨੇ। ਠੀਕ ਹੈ। ਫਿਰ ਇਹਨਾਂ ਖਾਖੂ ਲੈਣੇ ਨੇ, ਮਗਰੋਂ ਮੇਰਾ ਮਤਲਬ ਸੁੱਟਣਾ ਚੋਕਰ ਖਾਲ। ਠੀਕ ਹੈ। ਤੇ ਉਹ ਫਿਰ ਇਹਨਾਂ ਨੂੰ ਲਿਜਾ ਲੈਣਾ ਚੰਗਾ, ਜਿਹੜੀ ਇਹਨਾਂ ਦੇ ਵਿੱਚ ਕਮੀ ਹੈ ਨਾ ਉਹ ਪੂਰੀ ਹੋ ਜਾਏਗੀ। ਸੁੱਕੀ ਪਾਣੀ ਗਿੱਲੀ? ਸੁੱਕੀ ਵੀ ਪਾ ਲਈਦੀ ਹੈ, ਗਿੱਲੀ ਵੀ ਪਾ ਲਈਦੀ ਹੈ, ਜਿਸ ਤਰ੍ਹਾਂ ਜਾਤ ਜਿਹੜੀ ਚੱਲ ਲੈ। ਠੀਕ ਹੈ। ਜਿਹੜੀ ਖੁਰਾਕ ਨੂੰ ਮੰਨੇ ਉਹ ਪਾ ਦਿਓ। ਠੀਕ ਹੈ। ਅੱਜ ਕੱਲ ਤੁਸੀਂ ਆਪਣੇ ਮੱਝਾਂ ਨੂੰ ਦਿਨ 'ਚ ਕਿੰਨੀ ਵਾਰੀ ਚਾਰਾ ਦੇ ਰਹੇ ਹੋ? ਹੁਣ ਤਾਂ ਪੱਠੇ ਦਾ ਜੇ ਪਿਆ ਕਾਵਾ ਦਾ। ਠੀਕ ਹੈ। ਚਾਰਾ ਮਿਲਦਾ ਜੇ ਅੱਠੀ ਪੈਰੀ। ਅੱਠੀ ਪੈਰੀ। ਉਹ ਸਵੇਰ ਦਾ ਮੇਰੇ ਆ, ਸਵੇਰ ਦਾ ਪਹਾੜਾ ਛੜੇ ਪਾਏ ਨੇ। ਠੀਕ ਹੈ। ਤੇ ਹੁਣ ਪੱਠੇ ਜਾ ਕੇ ਸ਼ਾਮ ਨੂੰ ਅੱਠੀ ਪੈਰੀ ਰੱਜ ਕੇ ਸ਼ਾਮ ਨੂੰ ਲੱਭੇ। ਪਹਾੜੇ ਦੇ ਵਿੱਚ ਕੀ ਹੁੰਦਾ? ਪਹਾੜੇ ਵਿੱਚ ਇਹ ਹੁੰਦਾ ਖਾਲ ਵੰਡਾ। ਤੂੜੀ। ਤੂੜੀ। ਠੀਕ ਹੈ। ਤੇ ਮਈਆਂ ਛੱਡੋ ਤੇ ਉਹ ਚੋਵੋ, ਨਾਲੇ ਉਹ ਕੋ ਚਾਰ ਚਾਰ ਮੂੰਹ ਮਾਰ ਲੈਂਦੀਆਂ ਨੇ, ਗੁਜ਼ਾਰਾ ਕਰ ਲੈਂਦੀਆਂ। ਠੀਕ ਹੈ। ਆਹਰ ਕੋ 10 ਮਿੰਟ ਲੱਗਦਾ ਹੀ ਨੇ ਨਾ। ਹਾਂਜੀ। ਤੇ ਉਹ ਵੰਡਿਆ ਦੇ ਪੱਠੇ 10 ਮਿੰਟ ਡੰਗਰ ਖਾ ਲੈ ਤੇ ਫਿਰ ਖੈਰ ਹੁੰਦੀ ਸੀ। ਠੀਕ ਹੈ। ਫਿਰ ਉਹ ਘੜੀ ਕੱਢ ਜਾਂਦਾ। ਉਹ ਪੁੱਤਰਾ ਖਰਚੇ ਗਿਣ ਕੇ ਨਹੀਂ ਇਹ ਮਾਲ ਰੱਖ ਸਕਦਾ ਬੰਦਾ। ਅੱਛਾ। ਤੇ ਫਿਰ ਤੁਸੀਂ ਕੀ ਕਹੋ ਦੇ ਕੰਮ ਘਾਟੇ ਬੰਦਾ ਜਾਂ ਨਫੇ ਬੰਦਾ? ਅਸੀਂ ਤਾਂ ਜਦੋਂ ਆਪਣੀ ਅਕਬਰ ਦਾ ਲੋ ਮੈਨੇ ਅਸੀਂ ਜਾਣੇ ਐਡਾ ਨਫਾ ਹੋ ਰਿਹਾ ਹੀ ਕੋਈ ਨਹੀਂ। ਗੱਲ ਮੁੱਕੀ। ਏਡਾ ਨਫਾ ਹੈ ਹੀ ਕੋਈ ਨਹੀਂ। ਉਹ ਹੈ ਹੀ ਕੋਈ ਨਹੀਂ। ਅੱਛਾ। ਹਾਂ। जिंदाबाद। यानी काम है करो, मेहनत करो, हिसाब ना करो तो नफा ही नफा। नफा ही नफा। हिसाब कीते ये नहीं रख सकता बंदा डंगर। ठीक है। ये तुहाडी गोरे। हाँ। कमाल है। ते ओदी रहमत है, ओ विच मेरा मतलब पाड़े पूरे करे ते ओ ही करदा है। ठीक है। ठीक है। अच्छा बुजुर्गो जिहदे ते अल्लाह खुश है ओदे पाड़े पूरे क्यों ना होण? बिल्कुल सही है। ओदे अल्लाह कर देंदा। ठीक है। ਬਿਲਕੁਲ ਸਹੀ ਹੈ ਜੀ। ਅੱਛਾ ਬਜ਼ੁਰਗੋ ਆ ਜਿਹੜਾ ਸ਼ੈੱਡ ਤੁਸੀਂ ਬਣਾਇਆ ਕਿੰਨੀ ਜਗ੍ਹਾ 'ਚ ਬਣਾਇਆ ਜੇ ਸਾਰਾ? ਇਹਨਾਂ ਦੇ ਵਿੱਚ ਫਿਰ ਕਿੱਲਾ ਪੈਰੀ ਦਾ ਵੀ ਚਾਹੀਦਾ। ਜ਼ਾਹਰ ਹੈ ਜਿੱਦਾਂ ਨਹੀਂ ਉਹ ਨਹੀਂ ਕੰਮ ਕਰ ਸਕਦਾ। ਉਹ ਬਾਹਰ ਵੀ ਵੱਜਣੇ ਨੇ। ਬਿਲਕੁਲ ਇੰਜ ਹੀ ਹੈ। 24 ਘੰਟੇ ਅੰਦਰ ਤੇ ਨਹੀਂ ਵੱਜਦੇ। ਨਹੀਂ ਵੱਜਣੇ। ਓਪਨ ਵੀ ਜਗ੍ਹਾ ਚਾਹੀਦੀ ਹੈ, ਕੱਚੀ ਵੀ ਚਾਹੀਦੀ ਹੈ, ਕੱਚੀ ਵੀ ਚਾਹੀਦੀ ਹੈ, ਸੋਧ ਵੀ ਲੱਗਾ ਹੋਵੇ। ਤੁਸੀਂ 10-20 ਡੰਗਰਾਂ ਦਾ ਸਾਨੂੰ ਦੱਸੋ। ਉਹ ਤਾਂ ਜਿੰਨੇ ਆਪੋ ਆਪਣਾ ਬਹੁਤ ਤਜਰਬਾ ਕਰਨਾ ਉਹਨੇ ਆਪਾ ਹੀ, ਉਹ ਜਿੰਨੀ ਸੋਧ ਹੈ ਉਹਨੇ ਜਿੰਨਾ ਵਜੂਦ ਸੀ ਉਹਨੇ ਚਾਦਰ ਵੇਖ ਕੇ ਲੱਤਾਂ ਵਿਛਾਣੀਆਂ ਸੀ। ਠੀਕ ਹੈ। ਤੇ ਜੇ ਚਾਦਰੋਂ ਬਾਹਰ ਕੱਢੇਗਾ ਤੇ ਠਰਨੀਆਂ ਹੀ ਨਹੀਂ ਹੋਰ ਕੀ ਹੋਣਾ। ਠੀਕ ਹੈ। ਹੁਣ ਬਜ਼ੁਰਗੋ ਆਖਰੀ ਇੱਕ ਗੱਲ ਦੱਸੋ ਕਿ ਇੱਕ ਮੁੰਡਾ ਨੌਜਵਾਨ ਨਵਾਂ ਹੈ, ਉਹ ਫਾਰਗ ਹੈ, ਵਿਹਲਾ ਹੈ, ਇਹ ਨੇਕੀ ਹੈ ਤੁਹਾਡੀ ਕਿ ਉਹਨੂੰ ਤੁਸੀਂ ਇਸ ਕੰਮ ਤੇ ਲਾਣਾ ਹੈ, ਤੇ ਉਹ ਕਿੰਨੇ ਤੋਂ ਸ਼ੁਰੂ ਕਰੇ, ਕਿੰਨੇ ਡੰਗਰਾਂ ਤੋਂ, ਔਰ ਕਿਸ ਤਰ੍ਹਾਂ ਕਰੇ, ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਔਰ ਤਾਂ ਕਿ ਉਹਦਾ ਨੁਕਸਾਨ ਨਾ ਹੋਏ? ਕੋਈ 2-4 ਗੱਲਾਂ ਗੁਰਦੀਆਂ ਸਦਕਾ ਜਾਰੀਆ ਤੌਰ ਤੇ ਸਾਨੂੰ ਦੱਸ ਦਿਓ। ਉਹ ਇਹ ਨੇ ਉਸ ਬੰਦੇ ਨੇ ਮਾਲ ਬਣਾਉਣਾ ਤੇ ਆਖਰ ਪਹਿਲਾਂ ਉਹਦੇ ਕੋਲ ਥੋੜਾ ਬਹੁਤਾ ਸਿਲਸਿਲਾ ਟੁਰੇ ਤੇ ਫੇਰ ਇਹਨਾਂ ਤੇ ਜੇ ਉਹਦੇ ਕੋਲ ਨਹੀਂ ਥੋੜਾ ਬਹੁਤਾ ਤੇ ਉਹ ਇਸ ਤਰ੍ਹਾਂ ਕਿਤੇ ਬੱਕਰੀਆਂ ਲੈ 4 ਬਣਾ ਲਏ, ਉਥੋਂ ਵਾਧਾ ਫਿਰ ਡੰਗਰਾਂ ਰਜੂ ਕਰ ਲਏ। ਡੰਗਰਾਂ ਨਾਲ ਰਜੂ ਕਰੇਗਾ ਫਿਰ ਕੋ 1-2 ਨਾਲ ਸਜਰੀ ਕਰ ਲਈ, 1-2 ਨਾਲ ਖੰਗੜੀ ਕਰ ਲਈ। ਚਲੋ ਫਿਰ ਅੱਲਾ ਤੌਫੀਕ ਦੇ ਨਾਲ ਫਿਰ ਕੋ ਕਟਾ ਵਿੱਚ ਚੁਗਲ ਵਿੱਚ ਨਾਲ ਤਿਆਰ ਹੋ ਪੈਂਦਾ, ਕਰਦੇ ਹੀ ਰਲ ਪੈਂਦੇ ਨੇ। ਉਹ ਫਿਰ ਪਿਆ ਦੱਸੇ ਤੁਸੇ ਕਰੇਗਾ, ਉੱਥੇ ਜੋ ਗਾਉਂਦਾ ਅੱਲਾ ਕਰੇ ਤੇ ਉਹਦੇ ਦਿਨ ਚੰਗੇ ਆਉਣ ਤੇ ਕਲਾਉਂਟ ਹੋ ਜਾਏਗਾ। ਸਹੀ ਹੈ। ਯਾਨੀ ਕਿ ਮਿਹਨਤ ਔਰ ਅੱਲਾਹ ਤਾਲਾ ਦੇ ਤਵੱਕਲ ਕਰਕੇ ਤੇ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ। ਇਹ ਜਿਹੜਾ ਬੇੜਾ ਜੇ ਨਾ, ਹਾਂਜੀ, ਇਹ ਅੱਲਾ ਦੀ ਸੂਰਤ ਹੀ। ਬਾਦਰੀ ਕਿਸੇ ਦੀ ਨਹੀਂ ਇੱਥੇ ਪੁੱਤਰ, ਸਾਹ ਪਰੀਆਂ ਖਲਾ ਨੇ। ਮੇਰਾ ਇੱਕ ਵਾਰੀ ਸਾਰਾ ਮਾਲ ਪੁੱਠਾ ਹੋ ਗਿਆ ਤੇ ਚੀਕਾਂ ਗਈਆਂ ਹਨ ਵਾਜਾਂ। ਸਹੀ ਹੈ। ਇਹ ਨਹੀਂ ਅੱਲਾ ਨਾਲ ਹੀ ਭਾਈਵਾਲੀ ਹੈ। ਇਹ ਅੱਲਾ ਨਾਲ ਭਾਈਵਾਲੀ। ਜ਼ਿਮੀਂਦਾਰ ਕੋਈ ਵੀ ਉਹਦੀ ਅੱਲਾ ਨਾਲ ਭਾਈਵਾਲੀ। ਇਹ ਵੀ ਕੰਮ ਜ਼ਿਮੀਂਦਾਰੇ ਚ ਆਉਂਦਾ ਨਾ। ਬਿਲਕੁਲ। ਐਨ ਕਿਉਂ ਨਹੀਂ? ਪੂਰਾ ਸਾਲ ਪੈਲੀ ਨੂੰ ਬੰਨਦਾ ਬਣਾਉਂਦਾ, 6 ਮਹੀਨੇ ਬਣਾਉਂਦਾ ਬੰਨਦਾ, ਉਹਦੇ ਵਿੱਚ ਜਾ ਕੇ ਵੀ ਘਰੋਂ ਖੜਦਾ, ਖਲਾਰ ਆਉਂਦਾ, ਸਪੁਰਦ ਉਹਦੀ ਘਰ ਆਉਂਦਾ। ਅਤੇ ਇਹ ਵੀ ਪਾ ਲਏ ਡੰਗਰ, ਉਹਨਾਂ ਨੂੰ ਪੱਠੇ ਛੱਡੇ ਪਾ ਲਏ। ਅੱਲਾ ਨਾਲ ਹੀ ਪੰਜਾਲੀ ਹੈ। ਅੱਲਾ ਨਾਲ ਹੀ ਪੰਜਾਲੀ ਹੈ। ਇਹਨਾਂ ਦੇ ਸਾਹ ਸੁਥਰੇ ਰਹਿਣ, ਅੱਲਾ ਇਹਨਾਂ ਨੂੰ ਤੰਦਰੁਸਤੀ ਦੇ ਤੇ ਫੇਰ ਹੀ ਕੋਈ ਗੱਲ ਹੈ। ਤੇ ਜੇ ਭਾਈ ਇਹ ਪੁੱਠਾ ਪੈ ਜਾਏ ਤੇ ਮੈਂ ਵੇਖਿਆ ਭਾਵੇਂ 600 ਕਿੱਲੇ ਦਾ ਮਾਲਕ ਰੋਂਦਾ ਪਿਆ। ਯਾਨੀ ਨੀਅਤ ਸਾਫ਼, ਮਿਹਨਤ ਕਰੇ ਤੇ ਅੱਲਾ ਤਵੱਕਲ ਕਰ ਛੜੇ। ਬਸ ਅੱਲਾ ਤਵੱਕਲ। ਠੀਕ ਹੋ ਗਿਆ। ਬਹੁਤ ਸ਼ੁਕਰੀਆ। ਉਹਦਾ ਤਵੱਕਲ ਕਰਕੇ ਨਹੀਂ ਕਰਨੀ, ਉਹ ਫਿਰ ਘੱਟ ਹੀ। ਬਿਲਕੁਲ। ਬਹੁਤ ਸ਼ੁਕਰੀਆ ਬਜ਼ੁਰਗੋ, ਤੁਸੀਂ ਉਹਨਾਂ ਨੌਜਵਾਨਾਂ ਲਈ ਬੜੇ ਅੱਛੇ ਮਸ਼ਵਰੇ ਦਿੱਤੇ ਨੇ ਜਿਹੜੇ ਫਾਰਗ ਨੇ, ਵਿਹਲੇ ਨੇ, ਜਿਹੜੇ ਕਾਰੋਬਾਰ ਕਰਨਾ ਚਾਹੁੰਦੇ ਨੇ। ਤੁਸੀਂ ਆਪਣੀ ਜ਼ਿੰਦਗੀ ਦਾ ਨਿਚੋੜ ਉਹਨਾਂ ਨਾਲ ਸ਼ੇਅਰ ਕੀਤਾ ਹੈ। ਅਸਲਾਮ ਵਾਲੇਕੁਮ, ਬੜੀ ਮਿਹਰਬਾਨੀ।